ਜਿਹੜੀ ਗੱਲ ਕਰਨੀ ਹੈ ਕਿ ਕਿੰਨੀ ਦੂਰ ਤੱਕ ਜਿਹੜਾ ਸੈਂਟਰਲ ਮੈਕਸਿਮਾ ਸਾਡੇ ਕੋਲ ਬਣਿਆ ਹੈ ਉਹ ਕਿੰਨੀ ਦੂਰੀ ਤੱਕ ਹੋਏਗਾ। ਠੀਕ ਹੈ, ਤੇ ਜੇ ਅਸੀਂ ਕਹੀਏ ਕਿ ਸੈਂਟਰ ਤੋਂ ਹੁਣ ਇਹ ਤਾਂ ਸਾਡੇ ਕੋਲ ਕੰਡੀਸ਼ਨਸ ਆ ਗਈਆਂ ਇਨ ਟਰਮਸ ਆਫ ਵੇਵਲੈਂਥ, ਜੇ ਅਸੀਂ ਸੈਂਟਰ ਤੋਂ ਡਿਸਟੈਂਸ ਦੀ ਟਰਮਸ ਦੇ ਵਿੱਚ ਵੇਖਣਾ ਹੋਵੇ ਤਾਂ ਅਸੀਂ ਇਹਨੂੰ ਕਿਵੇਂ ਦੇਖਾਂਗੇ ਕਿ ਕਿੰਨੇ ਡਿਸਟੈਂਸ ਦੇ ਮਿਨੀਮਸ ਬਣ ਰਹੇ ਨੇ, ਕਿੰਨੇ ਤੇ ਮੈਕਸਿਮਸ ਬਣ ਰਹੇ ਨੇ। ਠੀਕ ਹੈ, ਸੋ ਪਹਿਲੋਂ ਜਿਹੜੀ ਹੈਗੀ ਹੈ ਉਹ ਆਏਗਾ ਵਿਡਥ ਆਫ ਸੈਕੰਡਰੀ ਮੈਕਸਿਮਾ। ਸੋ ਇਟ ਇਜ਼ ਇੰਪੋਰਟੈਂਟ, ਕਈ ਵਾਰੀ ਪੂਰਾ ਕੁਐਸਚਨ ਐਵੇਂ ਹੀ ਹੁੰਦਾ ਹੈ ਕਿ ਐਕਸਪਲੇਨ ਦ ਰਿਫਲੈਕਸ਼ਨ ਐਂਡ ਡਿਰਾਈਵ ਐਨ ਐਕਸਪ੍ਰੈਸ਼ਨ ਫॉर width of central maxima। ठीक है, सो सेंट्रल मैक्सिमा ਦੀ width ਜਿਹੜੀ ਹੈ ਉਹ ਕਿੰਨੀ ਹੋਈ। ਠੀਕ ਹੈ, ਸੌਰੀ, ਹੁਣ ਸੈਂਟਰਲ ਮੈਕਸਿਮਾ ਦੇਖੋ, ਸਮਝਣ ਦੀ ਗੱਲ ਕਰੋ, ਕੋਸ਼ਿਸ਼ ਕਰੋ। ਸੈਂਟਰ ਤੇ ਸਾਡੇ ਕੋਲ ਮੈਕਸਿਮਮ ਬਣਿਆ, ਉਹਦੇ ਤੋਂ ਬਾਅਦ ਉੱਪਰ ਵੀ ਮਿਨੀਮਮ ਆਏਗਾ, ਉਹਦੇ ਤੋਂ ਬਾਅਦ ਜਿਸ ਤਰ੍ਹਾਂ ਇੱਧਰ ਨੂੰ ਡਾਇਰੈਕਸ਼ਨ ਹੋ ਰਹੀ ਹੈ ਇਸੇ ਤਰ੍ਹਾਂ ਇੱਧਰ ਨੂੰ ਥੀਟਾ ਐਂਗਲ ਤੇ ਲਾਈਟ ਬੈਂਡ ਕਰੇਗੀ। ਠੀਕ ਹੈ, ਸੋ ਪਹਿਲਾ ਮਿਨੀਮਾ ਤੇ ਇੱਥੇ ਵੀ ਪਹਿਲਾ ਮਿਨੀਮਾ ਆਏਗਾ। ਠੀਕ ਹੈ, ਸੋ ਜੇ ਪਹਿਲਾ ਮਿਨੀਮਾ ਹੈ ਤੇ ਪਹਿਲਾ ਮਿਨੀਮਾ ਸੈਂਟਰ ਤੋਂ ਲੈ ਕੇ ਇੱਥੇ ਪਹਿਲਾ ਮਿਨੀਮਾ ਆ ਰਿਹਾ, ਇੱਧਰ ਮਿਨੀਮਾ ਆ ਰਿਹਾ। ਸੋ ਇਹ ਸਾਰੀ ਚੀਜ਼ ਜਿਹੜੀ ਹੈ ਕੀ ਹੋਏਗੀ ਸਾਡੀ ਸੈਂਟਰਲ ਮੈਕਸਿਮਾ। ਠੀਕ ਹੈ, ਸੋ ਸੈਂਟਰਲ ਮੈਕਸਿਮਾ ਕਿੰਨਾ ਹੈ, ਠੀਕ ਹੈ, ਉਹਦੀ ਵਿਡਥ ਕਿੰਨੀ ਹੈ। ਠੀਕ ਹੈ, ਵੀ ਨੋ ਸਾਨੂੰ ਪੋਜੀਸ਼ਨ ਆਫ ਫਸਟ ਜਿਹੜਾ ਮਿਨੀਮਾ ਹੈ, ਵੀ ਨੋ ਪੋਜੀਸ਼ਨ ਆਫ ਫਸਟ ਮਿਨੀਮਾ। ਠੀਕ ਹੈ, ਸੋ ਫਸਟ ਮਿਨੀਮਾ ਦੀ ਜਿਹੜਾ ਕੇਸ ਹੈ ਉਹ ਕੀ ਹੈ, ਪਹਿਲਾ ਮਿਨੀਮਾ ਹੈ ਸਾਡੇ ਕੋਲ a sin theta is equal to 1 lambda। ठीक है, a sin theta and lambda मिनिमा ਦੀ कंडीशन है। ठीक है, सो a sin theta is 1 lambda या sin theta ਜਿਹੜਾ ਉਹ ਕਿੰਨਾ ਹੈ lambda by। ठीक है, ਹੁਣ ਜੇ ਇੱਥੇ ਤੁਸੀਂ tan theta ਵੇਖੋ ਤਾਂ ਠੀਕ ਹੈ, ਜੇ ਇਹਨੂੰ ਸੈਂਟਰ ਤੋਂ ਦੇਖੋ ਆਹ ਵਾਲਾ ਡਿਸਟੈਂਸ d ਹੈ, ਆਹ ਵਾਲਾ ਡਿਸਟੈਂਸ y ਹੈ। ਠੀਕ ਹੈ, ਤੇ tan theta ਜਿਹੜਾ ਉਹ ਕਿੰਨਾ ਹੋ ਜਾਂਦਾ, tan theta is perpendicular upon base y upon capital D। ठीक है, ਤੇ ਜਦੋਂ theta ਛੋਟਾ ਹੋਵੇ when theta is small ਉਦੋਂ sin theta ਵੀ theta ਦੇ ਨੀਅਰਲੀ ਬਰਾਬਰ ਹੁੰਦਾ ਹੈ ਤੇ tan theta ਵੀ ਨੀਅਰਲੀ theta ਦੇ ਬਰਾਬਰ ਹੁੰਦਾ ਹੈ। ਠੀਕ ਹੈ, ਕੀਤਾ ਹੋਇਆ ਹੈ ਅਸੀਂ। ठीक है, सो थीटा जो एंगल छोटा है तो sin थीटा tan थीटा जो ने वो बराबर होंगे ने। जैसे इन्हां दोवां नूं इक्वेट कर दिए y अपॉन कैपिटल D इज इक्वल टू लैम्डा अपॉन a। ठीक है, या y इज इक्वल टू लैम्डा D अपॉन a। ठीक है, सेंटर तो कितनी दूरी ते पहला मिनिमा आया, सेंटर तो इतनी दूरी ते पहला मिनिमा आया लैम्डा D अपॉन a। ठीक है, इन्ना ऊपर ते इन्ना ही नीचे भी होएगा फिर। ठीक है, सो जेडी साडी विड्थ ऑफ सेंट्रल मैक्सिमा है, फिर विड्थ ऑफ सेंट्रल मैक्सिमा वो कितनी हो जाएगी, इन्ना डिस्टेंस ऊपर ते इन्ना डिस्टेंस ही नीचे। सो विड्थ ऑफ सेंट्रल मैक्सिमम y ऊपर ते y ही नीचे। सो दैट विल बी 2 टाइम्स y, दैट इज इक्वल टू 2 लैम्डा d अपॉन। ठीक है, सो सेंट्रल मैक्सिमा दी जेडी विड्थ है कई बार इस तरह हो जाता है कि प्रूव दैट द विड्थ ऑफ सेंट्रल मैक्सिमा इज ट्वाइस द डिस्टेंस ऑफ फर्स्ट मिनिमा फ्रॉम सेंटर। ठीक है, सो पहले मिनिमा दा डिस्टेंस कितना है सेंटर तो लैम्डा d अपॉन a। इतना डिस्टेंस ऊपर इतना डिस्टेंस नीचे, इथों तक सारा की है सेंट्रल मैक्सिमा। सो सेंट्रल मैक्सिमा कितने बनता है 2 लैम्डा d अपॉन a। ठीक है, या सिर्फ एंगल दी टर्म्स दे विच गल करिए ਤਾਂ ਅਸੀਂ ਇਹਨੂੰ ਐਵੇਂ ਵੀ ਲਿਖ ਸਕਦੇ ਹਾਂ। ਠੀਕ ਹੈ, ਸੋ ਜਿਹੜਾ ਸੈਂਟਰਲ ਮੈਕਸਿਮਾ ਦੀ ਵਿਡਥ ਹੈ, ਠੀਕ ਹੈ, ਵਿਡਥ ਆਫ ਸੈਂਟਰਲ ਮੈਕਸਿਮਾ ਸਾਡੇ ਕੋਲ ਉਹ ਕਿੰਨੀ ਆ ਗਈ, ਉਹ ਆ ਗਈ 2 ਟਾਈਮਸ ਲੈम्डा d अपॉन a। ਜਾਂ ਕਈ ਵਾਰੀ ਐਂਗੂਲਰ ਵਿਡਥ ਦੀ ਗੱਲ ਕਰ ਦਿੰਦੇ ਹਾਂ। ਐਂਗੂਲਰ ਵਿਡਥ ਕੀ ਹੁੰਦਾ, ਐਂਗਲ ਦੀ ਟਰਮਸ ਦੇ ਵਿੱਚ, ਕਿ ਫਿਰ ਅਸੀਂ y ਦੀ ਟਰਮਸ ਦੇ ਵਿੱਚ ਨਹੀਂ ਗੱਲ ਕਰਦੇ। ਐਂਗੂਲਰ ਵਿਡਥ ਠੀਕ ਹੈ, ਅਸੀਂ ਇੱਥੇ ਲਿਖਿਆ ਸੀਗਾ ਥੀਟਾ sin ਥੀਟਾ ਇਜ਼ लैम्डा अपॉन a है साडी इक्वेशन, sin थीटा is lambda upon a। ਤੇ ਜਦੋਂ ਐਂਗਲ ਛੋਟਾ ਹੁੰਦਾ sin थीटा is nearly equal to theta। ਸੋ ਉਦੋਂ थीटा ਜਿਹੜਾ ਹੈਗਾ ਉਹ ਕਿੰਨਾ ਆ ਜਾਏਗਾ lambda upon a। ਤੇ ਐਂਗੂਲਰ ਵਿਡਥ ਜਿਹੜੀ ਉਹ ਕੀ ਹੈ थीटा upon a ਉੱਪਰ ਤੇ थीटा upon a नीचे। सो दैट इज 2 lambda a upon एंगुलर विड्थ ऑफ सेंट्रल मैक्सिमम। डिस्टेंस ਦੀ ਟਰਮ ਦੇ ਵਿੱਚ ਇੰਨਾ 2 lambda d upon a। ਠੀਕ ਹੈ, ਤੇ ਜੇ ਐਂਗਲ ਦੀ ਟਰਮਸ ਦੇ ਵਿੱਚ ਮੈਜ਼ਰ ਕਰਨਾ ਹੋਵੇ ਐਂਗੂਲਰ ਵਿਡਥ तो साडे कोल आ जाता है 2 टाइम्स थीटा, दैट इज 2 लैम्डा अपॉन a। ठीक है,
सो इनू असी एंगुलर विड्थ ऑफ सेंट्रल मैक्सिमा कहते हैं, ठीक है। सो मिनिमास किहड़े पॉइंट दे बन रहे ने वो साडे कोल इत्थे आ गया, ठीक है। सो जिवें असी पहलों मिनिमास की उत्थे गल कीती सी, सिमिलरली असी वाई दी टर्म्स दे विच भी गल कर सकते हैं कि मिनिमास जिहड़े ने मिनिमास सेकेंडरी मिनिमास जिहड़े ने वो किन्ने डिस्टेंस ते बन रहे ने, वो बन रहे ने लैम्डा डी अपॉन ए इन जनरल। ये पहला सीगा, दूजा की आ जाएगा 2 लैम्डा डी 3 लैम्डा डी एन लैम्डा डी अपॉन ए ते, ठीक है। ते मैक्सिमास जिहड़े ने वो साडे कोल किन्ने डिस्टेंस ते बन रहे ने, ठीक है, वाई मैक्सिमा दे वास्ते ते वाई मिनिमा दे वास्ते, ठीक है। तो उत्थे आ जाएगा 2n+1 लैम्डा डी अपॉन 2a, ठीक है। सो मैक्सिमास उन्ने डिस्टेंस ते बन रहे ने, मिनिमास इन्ने डिस्टेंस ते बन रहे। एग्जामिनेशन पॉइंट ऑफ व्यू तो इन्नियां चीजां तुसी करनियां एक्सप्लेन। पहलों सैटअप किया थोड़ा, सैटअप एक्सप्लेन किया, ठीक है। फिर फर्स्ट जेड़ा सेंट्रल मैक्सिमा एक्सप्लेन किया, फिर पोजीशन ऑफ सेकेंडरी मिनिमास, पोजीशन ऑफ सेकेंडरी मैक्सिमास ते विड्थ ऑफ सेंट्रल मैक्सिमा। इन्नी जेड़ी चीज है तुसी एक्सप्लेन करनी है, ठीक है, एग्जामिनेशन पॉइंट ऑफ व्यू तो, ठीक है। ते लॉन्ग आंसर क्वेश्चंस दे विच दिस इज अ मस्ट, ठीक है। ये जेड़ा क्वेश्चन है वो आना ही आना, ठीक है। सो इट इज वेरी इंपॉर्टेंट फ्रॉम दैट पॉइंट ऑफ व्यू, ठीक है। हुण इहदे विच नेक्स्ट जेड़ी चीज आ जांदी है वो आ जांदा कि इंटरफेरेंस दे नाल इन्हां दा डिफरेंस जेड़ा वो की है, इंटरफेरेंस ते डायफ्रैक्शन दा डिफरेंस की, ठीक है। सो वो हुण तक तुसी करते करते समझ ही गए होवोगे, ठीक है। मेड इट क्लियर ऑन मेनी पॉइंट्स, ठीक है। अगेन मैं तुहानू दस दिन्नी है, ठीक है, व्हाट इज द डिफरेंस बिटवीन इंटरफेरेंस एंड डायफ्रैक्शन, दैट फॉर्म्स द लास्ट पार्ट ऑफ दिस। Differences between interference and diffraction they are very clearly given, but not जेड़ा difference है वो सिर्फ की समझना है, ठीक है, कि diffraction ते interference के बीच difference। So as I told you कि interference is key, interference के बीच mixing superposition हो रही है, ठीक है, superposition of wavefront, दो वेवफ्रंट मिक्स हो रहे ने, वेवफ्रंट मिक्स हो रहे ने, सुपरपोजिशन ऑफ वेवफ्रंट फ्रॉम टू डिफरेंट सोर्सेस, दो डिफरेंट कोहेरेंट सोर्सेस ने बस हैगे डिफरेंट, ठीक है। सो दो डिफरेंट सोर्सेस तो लाइट मिक्स हो रही है, वो इंटरफेरेंस है, ठीक है। ते डायफ्रैक्शन दे विच भी इंटरफेरेंस हो रही है, ठीक है, सुपरपोजिशन हो रही है, पर वेवफ्रंट जेड़ा वो की है, दिस इज सुपरपोजिशन ऑफ different parts of wavefront, अलग अलग parts जेडे ने एक single wavefront है, different parts of single wavefront या same wavefront, इको wavefront दे अलग अलग parts तो जो waves interfere कर दिया ने वो diffraction होती है, ते जदों अलग अलग interfere wavefront mix होंदे ने, दो coherent sources तो mix होंदे ने, तो और interference, ठीक है। ये इन्हां च बेसिक डिफरेंस है, ओदे तो इलावा ਆਪਾਂ ਨੇ ਦੇਖ ਹੀ ਲਿਆ, ਠੀਕ ਹੈ, ਕਿ ਇਹਦੇ ਵਿੱਚ ਜਿਹੜੀ ਹੈ ਮੈਕਸਿਮਾਸ ਦੀ ਕੰਡੀਸ਼ਨ ਹੁੰਦੀ ਹੈ, ਮੈਕਸਿਮਾਸ ਦੀ ਕੰਡੀਸ਼ਨ ਹੁੰਦੀ ਹੈ a sin theta equals to n lambda, ਇਹ ਮੈਕਸਿਮਾ ਦੀ ਕੰਡੀਸ਼ਨ ਇੰਟਰਫੇਰੈਂਸ ਦੇ ਵਿੱਚ ਹੈ, ਠੀਕ ਹੈ। ਡਾਇਫਰੈਕਸ਼ਨ ਦੇ ਵਿੱਚ ਮੈਕਸਿਮਾ ਦੀ ਕੰਡੀਸ਼ਨ ਜਿਹੜੀ ਉਹ ਕੀ ਹੈ, a sin theta is equal to 2n+1 lambda by 2, ਠੀਕ ਹੈ। ਇਹਦੇ ਵਿੱਚ ਮਿਨੀਮਾ ਦੀ ਕੰਡੀਸ਼ਨ ਜਿਹੜੀ ਹੈ ਉਹ ਹੈ a sin theta equals to n lambda, ਤੇ ਉਹਦੇ ਵਿੱਚ ਮਿਨੀਮਾ ਦੀ ਕੰਡੀਸ਼ਨ ਜਿਹੜੀ ਉਹ ਕੀ ਹੈ, a sin theta is 2n+1 lambda by 2, ਠੀਕ ਹੈ। दूसरा ਜਿਹੜਾ ਮੇਜਰ ਡਿਫਰੈਂਸ ਹੁੰਦਾ ਹੈ, ਇੰਟਰਫੇਰੈਂਸ ਅਸੀਂ ਕੀਤਾ ਵੀ ਸੀਗਾ, ਇੰਟਰਫੇਰੈਂਸ ਦੇ ਵਿੱਚ ਕੀ ਬਣਦਾ ਹੈ, ਫ੍ਰਿੰਜਸ ਬਣਦੀਆਂ ਨੇ, ਸੈਂਟਰ ਤੇ ਇੱਕ ਡਾਰਕ ਬ੍ਰਾਈਟ ਫ੍ਰਿੰਜ ਬਣਦੀ ਹੈ, ਠੀਕ ਹੈ, ਤੇ ਉਹਦੇ ਆਲੇ ਦੁਆਲੇ ਜਿਹੜੀਆਂ ਨੇ ਉਹ ਡਾਰਕ ਤੇ ਬ੍ਰਾਈਟ ਬਣ ਜਾਂਦੀਆਂ ਨੇ ਫ੍ਰਿੰਜਸ, ठीक है। all those dark and bright fringes alternate ਜਿਹੜੀਆਂ fringes ਨੇ ਉਹਨਾਂ ਦੀ ਇੰਟੈਂਸਿਟੀ ਇੰਟਰਫੇਰੈਂਸ ਦੇ ਕੇਸ ਦੇ ਵਿੱਚ ਜਿਹੜੀ ਹੈ ਉਹ ਸੇਮ ਹੁੰਦੀ ਹੈ, ਠੀਕ ਹੈ, ਇੱਕੋ ਜਿਹੀਆਂ ਬ੍ਰਾਈਟ ਨੇ, ਇੱਕੋ ਜਿਹੀਆਂ ਡਾਰਕ ਨੇ। ਪਰ ਡਾਇਫਰੈਕਸ਼ਨ ਦੇ ਵਿੱਚ ਐਵੇਂ ਨਹੀਂ ਹੁੰਦਾ, ਡਾਇਫਰੈਕਸ਼ਨ ਦੇ ਵਿੱਚ ਡਾਰਕ ਜਿਹੜੀ ਸੈਂਟਰਲ ਫ੍ਰਿੰਜ ਹੈ ਉਹਦਾ ਜਿਹੜਾ ਵਿਡਥ ਹੈ ਉਹ ਡਬਲ ਹੈ, ਉਹ ਅਸੀਂ ਦੇਖ ਲਈ, ਠੀਕ ਹੈ। ਉਹਦੇ ਤੋਂ ਬਾਅਦ ਪਹਿਲੀ ਡਾਰਕ ਫ੍ਰਿੰਜ ਆਈ, ਠੀਕ ਹੈ, ਫਿਰ ਜਿਹੜੀ ਬ੍ਰਾਈਟ ਆਈ ਉਹਦੀ ਇੰਟੈਂਸਿਟੀ ਘੱਟ ਹੋਏਗੀ, ਉਹਦੇ ਅੱਗੇ ਹੋਰ ਇੰਟੈਂਸਿਟੀ ਘਟਦੀ ਜਾਏਗੀ, ਇੰਟੈਂਸਿਟੀ ਘਟਦੀ ਜਾਏਗੀ, ਅਲਟੀਮੇਟਲੀ ਦੇ ਡਾਈ ਆਫ, ਠੀਕ ਹੈ। ਸੋ ਜਿਹੜੀ ਇੰਟੈਂਸਿਟੀ ਹੈ ਮਤਲਬ ਜਿਹੜਾ ਪਹਿਲਾ ਸੈਂਟਰਲ ਮੈਕਸਿਮਾ ਬਹੁਤ ਬ੍ਰਾਈਟ ਹੈ, ਉਹਦੇ ਤੋਂ ਬਾਅਦ ਮਿਨੀਮਾ ਜਿਹੜਾ ਆਉਂਦਾ ਹੈ ਮੈਕਸਿਮਾ ਨੈਕਸਟ ਹੁੰਦਾ ਹੈ, ਉਹਦੀ ਬ੍ਰਾਈਟਨੈਸ ਬਹੁਤ ਘੱਟ ਹੁੰਦੀ, ਕਿਉਂਕਿ ਅਸੀਂ ਕੀਤਾ
कि सिर्फ एक पार्ट उत्ते ब्राइटनेस कॉज कर रहा है, ठीक है। फिर जो अगला आएगा ਉਹਦੀ ਹੋਰ घट जाएगी, ਉਹਦੀ ਹੋਰ घट जाएगी, ठीक है। और वो जी चीज है वो घटती जाती है, अल्टीमेटली वो डाई ऑफ हो जांदियां ने। ते जिहड़ा फ्रिंज पैटर्न बनता है या डिफ्रैक्शन पैटर्न बनता है, ਉਹਦਾ ਜਿਹੜਾ इंटरफेरेंस पैटर्न बनता है वो बहुत क्लीयर ਹੁੰਦਾ है, डार्क ब्राइट। बट ਜਿਹੜਾ इस केस ਦੇ ਵਿੱਚ बनता है दैट इज नॉट सो क्लीयर, ठीक है। सो ਉਹਦੇ ਵਿੱਚ ਜਿਹੜਾ ਹੈਗਾ ਉਹ मतलब कंट्रास्ट बहुत करना ਜਿਹੜਾ मुश्किल है, क्योंकि ਜਿਹੜੀ ब्राइट बनती है वो बहुत ब्राइट नहीं है, ठीक है। सिर्फ कुछ लाइट उत्थे जाके ਜਿਹੜੀ है वो ब्राइटनेस कॉज कर रही है। सो ये ਜਿਹੜੇ ਨੇ ਇਹਨਾਂ ਦੇ पॉइंट्स ऑफ डिफरेंसेस ने, देयर मे बी अदर्स बट दीज आर इंपॉर्टेंट फॉर यू टू अंडरस्टैंड, ठीक है। सो दैट्स ऑल अबाउट डाइफ्रैक्शन ऑफ लाइट। इस चीज ਨੂੰ ਪਹਿਲਾਂ ਤੁਸੀਂ ਜਿਹੜਾ ਟੌਪਿਕ ਪੜਿਆ ਹੋਇਆ ਉਹ डिस्पर्शन ऑफ लाइट है। सो कई बच्चे बहुत ज्यादा कंफ्यूज करते हैं डिस्पर्शन ਦੇ ਨਾਲ। डिस्पर्शन ਜਿਹੜਾ प्रिज्म वाला कीता है कि प्रिज्म चो लाइट निकलेगी तो सत्त रंगां च टुट जाएगी, दैट इज डिस्पर्शन, दिस इज डाइफ्रैक्शन। वो रे ऑप्टिक्स का फिनोमेना है, ये वेव ऑप्टिक्स का फिनोमेना। डाइफ्रैक्शन बेंडिंग ऑफ लाइट, ठीक है। सो ਉਹਦੇ ਨਾਲ ਇਹਨੂੰ मिक्स नहीं करना, ਤੇ ਇਹਨੂੰ ਬਹੁਤ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। इट्स वेरी इजी, नो लॉन्ग डेरिवेशन, just understanding is must, okay। So that's all about this point, we'll talk of another next time, okay, thank you।